ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ, ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੰਸਾਰ ਨੂੰ ਉਤਾਰਨ ਵਾਸਤੇ ਜਦ ਆਪਣੇ ਪ੍ਰਚਾਰ ਮਾਰਗ ਦੇ ਵਿੱਚ ਸੰਸਾਰ 'ਚ ਵਿਚਰ ਰਹੇ ਸੀ, ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਸਹੁਰੇ ਘਰ ਪੱਖੋਂ ਕੀ ਜਿਹੜੇ ਸੀ ਉਹ ਕਦੀ ਨਹੀਂ ਆਏ। ਪਰ ਇੱਧਰ ਮਾਤਾ ਸੁਲੱਖਣੀ ਜੀ ਦਾ ਜਿਹੜਾ ਇੰਤਜ਼ਾਰ ਸੀਗਾ, ਉਹ ਜਿਹੜਾ ਇੰਤਜ਼ਾਰ ਸੀਗਾ ਉਹ ਹੰਝੂਆਂ ਦੇ ਵਿੱਚ ਸੁੱਕ ਚੁੱਕਾ ਸੀਗਾ। ਮਾਤਾ ਜੀ ਹਰ ਟਾਈਮ ਉਦਾਸ ਰਹਿੰਦੇ ਸੀਗੇ, ਸੋਚਦੇ ਸੀ ਕਿ ਉਹ ਦਿਨ ਸੁਭਾਗਾ ਕਦ ਆਏਗਾ ਜਦੋਂ ਮੈਂ ਆਪਣੇ ਪਤੀ ਪਰਮੇਸ਼ਰ ਦੇ ਦਰਸ਼ਨ ਕਰੂੰਗੀ। ਪਰ ਗੁਰੂ ਸਾਹਿਬ ਜੀ ਦਾ ਸੁਲਤਾਨਪੁਰ ਨੂੰ ਦਿੱਤਾ ਹੋਇਆ ਵਚਨ ਕਿ ਤੁਸੀਂ ਘਰ ਦੇ ਵਿੱਚ ਰਹਿ ਕੇ ਹੀ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲਣੀ ਆ, ਇਹ ਵਚਨ ਜਿਹੜਾ ਸੀਗਾ ਮਾਤਾ ਸੁਲੱਖਣੀ ਜੀ ਨੇ ਅੰਤਿਮ ਸਵਾਸਾਂ ਤੱਕ ਨਿਭਾਇਆ। ਆਪਣੇ ਪੇਕੇ ਘਰ ਵਿੱਚ ਬੈਠੇ ਹੋਏ ਕਦੀ ਵੀ ਬਾਹਰ ਨਹੀਂ ਗਏ, ਪਰ ਘਰ ਦੇ ਵਿੱਚ ਬੈਠੇ ਬੈਠੇ ਜਿਹੜੇ ਸੀ ਹਮੇਸ਼ਾ ਉਦਾਸ ਰਹਿੰਦੇ ਸੀਗੇ। ਅਤੇ ਇਹਨਾਂ ਦੀ ਜਿਹੜੀ ਇੱਕ ਟੈਲੈਂਟ ਜਿਹਦਾ ਨਾਂ ਪ੍ਰੇਮੋ ਸੀਗਾ ਉਹ ਮਾਤਾ ਜੀ ਦੀ ਜਿਹੜੀ ਉਦਾਸੀ ਸੀਗੀ ਉਸ ਨੂੰ ਜਾਣਦੇ ਹੋਏ ਵੀ ਅੰਦਰੋਂ ਚੁੱਪ ਰਹਿੰਦੇ ਸੀਗੇ। ਪਰ ਹੁਣ ਕੀ ਕਰਨ ਕੀ ਨਾ ਕਰਨ, ਪਰ ਫਿਰ ਵੀ ਜਿਹੜੀ ਪ੍ਰੇਮੋ ਟੈਲੈਂਟ ਸੀ ਮਾਤਾ ਜੀ ਨੂੰ ਦਿਲਾਸੇ ਦਿੰਦੀ ਸੀਗੇ ਕਿ ਮੈਂ ਜਦੋਂ ਬਾਹਰ ਜਾਂਦੀ ਹਾਂ ਅਤੇ ਲੋਕਾਂ ਦੇ ਵਿੱਚ ਲਕਾਈ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਸਿਫਤਾਂ ਸੁਣਦੀ ਹਾਂ ਅਤੇ ਸੁਣ ਕੇ ਮੈਂ ਗਦ ਹੋ ਜਾਂਦੀ ਹਾਂ ਕਿ ਮਾਤਾ ਜੀ ਤੁਸੀਂ ਵੱਡੇ ਭਾਗਾਂ ਵਾਲੇ ਆ, ਜਿਹੜੇ ਉਸ ਨਿਰੰਕਾਰ ਪਤੀ ਪਰਮੇਸ਼ਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਚਰਨਾਂ ਦੀ ਦਾਸੀ ਬਣ ਕੇ ਆਪਣਾ ਜਿਹੜਾ ਜੀਵਨ ਆ ਇਸ ਹੀ ਕਲਯੁਗ ਦੇ ਵਿੱਚ ਸਭ ਤੋਂ ਵੱਧ ਜਿਹੜਾ ਉਹ ਤੁਸੀਂ ਸੇਵਾ ਦੇ ਵਿੱਚ ਬਤੀਤ ਕਰ ਰਹੇ ਹੋ। ਜਦ ਇਹੋ ਜਿਹੇ ਬਚਨ ਜਿਹੜੇ ਸੀ ਇਹ ਪ੍ਰੇਮੋ ਟੈਲੈਂਟ ਨੇ ਮਾਤਾ ਜੀ ਦੇ ਨਾਲ ਕਰਨੇ, ਅਤੇ ਮਾਤਾ ਜੀ ਬਚਨਾਂ ਨੂੰ ਸੁਣ ਤਾਂ ਛੱਡਦੇ ਸੀ ਪਰ ਚੁੱਪ ਰਹਿੰਦੇ ਸੀਗੇ। ਦੇਖੋ, ਇਸ ਤਰ੍ਹਾਂ ਕਰਦੇ ਕਰਦੇ ਸਮਾਂ ਜਦ ਬੀਤਣ ਲੱਗਾ ਤਕਰੀਬਨ 21 ਸਾਲ ਹੋ ਗਏ। 21 ਸਾਲ ਦੀ ਇਹ ਲੰਬਾ ਜਿਹੜਾ ਵਿਛੋੜਾ ਸੀਗਾ ਇਹ ਮਾਤਾ ਜੀ ਵਾਸਤੇ ਬੜਾ ਅਜਰ ਸੀਗਾ, ਔਰ ਮਾਤਾ ਜੀ ਦੇ ਹੰਝੂ ਜਿਹੜੀ ਸੀ ਸੁੱਕ ਚੁੱਕੇ ਸੀਗੇ। ਅਤੇ ਘਰ ਦੇ ਵਿੱਚ ਮਾਤਾ ਪਿਤਾ ਮੂਲ ਚੰਦ ਜੀ ਅਤੇ ਚੰਦੋ ਰਾਣੀ ਜੀ, ਉਹਨਾਂ ਦੀਆਂ ਗੱਲਾਂ ਵੀ ਸੁਣ ਕੇ ਜਿਹੜੇ ਮਾਤਾ ਜੀ ਜਿਹੜੇ ਸੀਗੇ ਉਹ ਚੁੱਪ ਕਰ ਚੁੱਕੇ ਸੀ। ਜਿਉਂ ਕਹਿ ਲਓ ਕਿ ਉਹਨਾਂ ਦੇ ਕੰਨ ਜਿਹੜੇ ਗੱਲਾਂ ਸੁਣ ਕੇ ਇਉਂ ਕਹਿ ਲਓ ਜਿਵੇਂ ਬੋਲੇ ਹੋ ਗਏ ਹੋਣ, ਆਦੀ ਹੋ ਗਏ ਸੀਗੇ। ਇਸ ਤਰ੍ਹਾਂ ਘਰ ਵਿੱਚ ਬੈਠੇ ਜਦ 21 ਸਾਲ ਹੋਏ ਅਤੇ ਇਹਨਾਂ 21 ਸਾਲਾਂ ਦੇ ਵਿਛੋੜੇ ਤੋਂ ਬਾਅਦ ਉਸ ਟਾਈਮ ਬਾਬਾ ਸ਼੍ਰੀ ਚੰਦ ਦੀ ਉਮਰ ਜਿਹੜੀ ਸੀ ਤਕਰੀਬਨ 30 ਕੁ ਸਾਲ ਦੇ ਲਗਭਗ ਹੋ ਗਈ, ਅਤੇ ਬਾਬਾ ਲਖਮੀ ਦਾਸ ਦੀ ਉਮਰ ਜਿਹੜੀ ਸੀ 27 ਸਾਲ ਦੇ ਲਗਭਗ ਹੋ ਗਈ। ਪਰ ਦੇਖੋ, ਮਾਤਾ ਜੀ ਜਿਹੜੇ ਸੀਗੇ ਉਹਨਾਂ ਨੂੰ ਇਸ ਗੱਲ ਦਾ ਧੀਰਜ ਰਹਿੰਦਾ ਸੀਗਾ ਕਿ ਮੇਰੇ ਪਤੀ ਗੁਰੂ ਨਾਨਕ ਸਾਹਿਬ ਉਹ ਅੰਤਰਜਾਮੀ ਆ। ਜਿਵੇਂ ਸੁਲਤਾਨਪੁਰ ਦੇ ਵਿੱਚ ਜਦ ਮਸਜਿਦ ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਜਿਹੜੇ ਸੀ ਉਹ ਮੁੱਲਾਂ ਦੇ ਕਹਿਣ ਦੇ ਉੱਤੇ ਨਵਾਜ਼ ਦੇ ਵਿੱਚ ਸ਼ਾਮਲ ਹੋਏ ਸੀ, ਅਤੇ ਜਦੋਂ ਮੁੱਲਾਂ ਨੇ ਆਖਿਆ ਸੀ ਕਿ ਤੁਸੀਂ ਸਾਡੇ ਨਾਲ ਨਵਾਜ਼ ਨਹੀਂ ਪੜ੍ਹੀ, ਅਤੇ ਗੁਰੂ ਸਾਹਿਬ ਨੇ ਆਖਿਆ ਸੀ ਕਿ ਤੇਰੇ ਨਾਲ ਨਵਾਜ਼ ਕੀ ਪੜ੍ਹਨੀ ਆ, ਤੂੰ ਤਾਂ ਘਰ ਦੇ ਵਿੱਚ ਜਿਹੜੀ ਤੇਰੀ ਘੋੜੀ ਸੂਣ ਵਾਲੀ ਆ ਉਹਦੇ ਵਿੱਚ ਤੇਰਾ ਧਿਆਨ ਸੀਗਾ ਕਿ ਕਿਤੇ ਬਸ਼ੇਰੀ ਜਿਹੜੀ ਖੂਹ 'ਚ ਨਾ ਡਿੱਗ ਪਵੇ। ਪਰ ਜਦ ਕਾਜੀ ਨੇ ਆਖਿਆ ਕਿ ਜੇ ਬਸ਼ੇਰੀ ਪਿੱਛੇ ਪਿਆ ਸੀ ਮੈਂ ਤਾਂ ਨਮਾਜ਼ ਪੜ੍ਹਦਾ, ਮੇਰੇ ਨਾਲ ਪੜ੍ਹੋ, ਅਤੇ ਗੁਰੂ ਸਾਹਿਬ ਹੱਸ ਕੇ ਕਹਿਣ ਲੱਗੇ ਤੇਰੇ ਨਾਲ ਨਮਾਜ਼ ਕੀ ਪੜ੍ਹਨੀ ਆ, ਤੂੰ ਤਾਂ ਕਾਬਲ ਘੋੜੇ ਖਰੀਦਣ ਗਿਆ ਸੀ। ਅਗਰ ਉਹਨਾਂ ਦੀਆਂ ਜਿਹੜੀਆਂ ਇਹ ਮਨ ਦੀਆਂ ਜੋ ਚੱਲ ਰਹੀਆਂ ਗਤੀਵਿਧੀਆਂ ਗੁਰੂ ਸਾਹਿਬ ਜੀ ਜਿਹੜੀ ਸਹਿਜ 'ਚ ਦੱਸ ਸਕਦੇ ਆ, ਅਤੇ ਮੇਰੇ ਮਨ ਦੀ ਬੇਦਿਨ ਵੀ ਗੁਰੂ ਜੀ ਜਾਣਦੇ ਆ। ਇਸ ਕਰਕੇ ਮਾਤਾ ਸੁਲੱਖਣੀ ਜੀ ਹਮੇਸ਼ਾ ਇਸ ਧੀਰਜ ਦੇ ਵਿੱਚ ਚੁੱਪ ਰਹਿੰਦੇ ਸੀਗੇ। ਖੈਰ, ਉਹ ਸੁਭਾਗਾ ਦਿਨ ਆਇਆ ਜਦ 21 ਸਾਲ ਬਾਅਦ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬਾਲਾ ਅਤੇ ਮਰਦਾਨਾ ਸਮੇਤ ਰੰਧਾਵੇ ਚੌਧਰੀ ਦੇ ਖੂਹ 'ਤੇ ਆ ਕੇ ਉਹਨਾਂ ਨੇ ਡੇਰਾ ਕੀਤਾ। ਜਦ ਉੱਥੇ ਆਏ ਅਤੇ ਉਹਨਾਂ ਦਾ ਜਿਹੜਾ ਆਉਣਾ ਸੁਣ ਕੇ ਦੂਰੋਂ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਆਇਆ, ਅਤੇ ਆਲੇ ਦੁਆਲੇ ਪਿੰਡਾਂ ਦੀਆਂ ਜਿਹੜੀਆਂ ਹਜ਼ਾਰਾਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਇੱਥੇ ਰੰਧਾਵੇ ਚੌਧਰੀ ਦੇ ਖੂਹ 'ਤੇ ਆਉਣ ਲੱਗੀਆਂ। ਜਦ ਆਉਣ ਲੱਗੀਆਂ ਅਤੇ ਇਹਦੀ ਭਿਣਕ ਜਦੋਂ ਪ੍ਰੇਮਿਓ ਟਲ ਨੂੰ ਜਿਹੜੀ ਲੱਗੀ ਸੀ ਉਹ ਵੀ ਦੌੜ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਜਾ ਹਾਜ਼ਰ ਹੋਏ। ਜਦ ਹਾਜ਼ਰ ਹੋਏ ਅਤੇ ਗੁਰੂ ਸਾਹਿਬ ਨੇ ਜਦ ਪ੍ਰੇਮੋ ਨੂੰ ਦੇਖਿਆ ਅਤੇ ਫਿਰ ਉੱਠ ਕੇ ਜਦ ਪ੍ਰੇਮੋ ਨੂੰ ਪੁੱਛਿਆ ਕਿ ਹਾਂ ਇਹ ਦੱਸ ਕੇ ਮੇਰੇ ਪਰਿਵਾਰ ਦਾ ਕੀ ਹਾਲ ਆ, ਤਾਂ ਫਿਰ ਪ੍ਰੇਮੋ ਟੈਲੈਂਟ ਨੇ ਰੋ ਕੇ ਗੁਰੂ ਸਾਹਿਬ ਨੂੰ ਮਿੱਥਿਆ ਸੁਣਾਈ ਕਿ ਕਿਵੇਂ ਮਾਤਾ ਸੁਲੱਖਣੀ ਜੀ ਉਹਨਾਂ ਦੇ ਵਿਜੋਗ ਦੇ ਵਿੱਚ 21 ਸਾਲ ਤੋਂ ਬੈਠੇ ਜਿਹੜੇ ਆ ਉਹ ਨਿਰਜਿੰਦ ਇਸੇ ਹੀ ਵਿਦ ਸੁੱਧ ਦੇ ਵਿੱਚ ਆਪ ਜੀ ਦੇ ਧਿਆਨ ਦੇ ਵਿੱਚ ਲਿਵ ਲਾਈ ਬੈਠੇ ਆ। ਜਦੋਂ ਉਹਨਾਂ ਨੇ ਇਹ ਬੇਦਨ ਭਰੀਆਂ ਗੱਲਾਂ ਜਿਹੜੀਆਂ ਸੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਦ ਸੁਣਾਈਆਂ ਤਾਂ ਪ੍ਰੇਮੋ ਟੈਲੈਂਟ ਦੀਆਂ ਇਹ ਗੱਲਾਂ ਸੁਣ ਕੇ ਗੁਰੂ ਜੀ ਚੁੱਪ ਰਹੇ
ਤੇ ਫਿਰ ਆਪ ਪ੍ਰੇਮੋ ਜੀ ਨੂੰ ਕਹਿਣ ਲੱਗੇ ਕਿ ਦੇਖੋ ਇੱਥੇ ਕਿੰਨੀ ਸੰਗਤ ਆਉਂਦੀ ਆ, ਸਵੇਰ ਤੋਂ ਸ਼ਾਮ ਤੱਕ ਭੀੜਾਂ ਲੱਗੀਆਂ ਰਹਿੰਦੀਆਂ ਤੇ ਇੱਥੇ ਕਿਸੇ ਨੂੰ ਆਉਣ ਜਾਣ ਦੀ ਜਿਹੜੀ ਕੋਈ ਰੋਕ ਨਹੀਂ ਆ। ਇਸ ਕਰਕੇ ਤੁਸੀਂ ਜਾ ਕੇ ਇਹ ਕਹਿ ਦਿਓ ਕਿ ਭਾਈ ਮੈਂ ਜੋ ਤੁਹਾਨੂੰ ਇਹ ਵਚਨ ਦਿੱਤਾ ਸੀ ਘਰ ਦੇ ਵਿੱਚ ਰਹਿਣਾ ਹੈ ਉਹ ਠੀਕ ਆ, ਪਰ ਹੁਣ ਸਮਾਂ ਆ ਗਿਆ ਕਿ ਤੁਸੀਂ ਵੀ ਇੱਥੇ ਆ ਸਕਦੇ ਹੋ। ਜਦੋਂ ਤੁਸੀਂ ਇੱਥੇ ਆਓਗੇ ਤੇ ਫਿਰ ਮੈਂ ਬਾਕੀ ਜਿੰਨੇ ਵੀ ਜਿਹੜਾ ਪਰਿਵਾਰ ਹੈਗਾ ਉਹ ਸਾਰਿਆਂ ਦੀ ਖਬਰ ਜਿਹੜੀ ਹੈ ਨਾ ਉਹ ਸਾਰਿਆਂ ਦੇ ਸਾਹਮਣੇ ਰਾਜੀ ਖੁਸ਼ੀ ਦੇ ਤੌਰ 'ਤੇ ਪੁੱਛ ਲਊਂਗਾ। ਜਦ ਇਸ ਤਰ੍ਹਾਂ ਦੀਆਂ ਵਿਚਾਰਾਂ ਗੁਰੂ ਸਾਹਿਬ ਨੇ ਪ੍ਰੇਮੋ ਟਹਿਲਣ ਦੇ ਨਾਲ ਕੀਤੀਆਂ ਤਾਂ ਪ੍ਰੇਮੋ ਬੜੀ ਖੁਸ਼ ਹੋਈ। ਦੌੜ ਕੇ ਜਾ ਕੇ ਇਹਨੇ ਹੈ ਨਾ ਮਾਤਾ ਸੁਲੱਖਣੀ ਜੀ ਨੂੰ ਇਹ ਖਬਰ ਕੀਤੀ ਕਿ ਗੁਰੂ ਜੀ ਜਿਹੜੇ ਹਨ ਆਪਣੇ ਭੁੱਖ ਹੋ ਕੇ ਬਾਹਰ ਬੈਠੇ ਹੋਏ ਆ ਤੇ ਹਜ਼ਾਰਾਂ ਸੰਗਤਾਂ ਜਿਹੜੀਆਂ ਉਹਨਾਂ ਨੂੰ ਮਿਲਣ ਵਾਸਤੇ ਆਉਂਦੀਆਂ ਤੇ ਉੱਥੇ ਲੰਗਰਾਂ ਦੀ, ਰਸਤਾਂ ਦੀ, ਭੇਟਾਂ ਦੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆ, ਪਰ ਗੁਰੂ ਜੀ ਵੀ ਚਾਹੁੰਦੇ ਕਿ ਤੁਸੀਂ ਆ ਕੇ ਮੈਨੂੰ ਇੱਥੇ ਮਿਲੋ। ਜਦ ਇਹ ਸਾਰੀਆਂ ਜਿਹੜੀਆਂ ਗੱਲਾਂ ਸੀਗੀਆਂ ਪ੍ਰੇਮੋ ਨੇ ਮਾਤਾ ਸੁਲੱਖਣੀ ਜੀ ਨਾਲ ਕੀਤੀਆਂ ਤਾਂ ਮਾਤਾ ਸੁਲੱਖਣੀ ਜੀ ਨੇ ਠੰਡਾ ਹੌਕਾ ਲਿਆ ਤੇ ਮਨ ਦੇ ਵਿੱਚ ਉੱਪਰ ਨੂੰ ਚੱਕਿਆ ਤੇ ਅਕਾਲ ਪੁਰਖ ਦਾ ਸ਼ੁਕਰ ਕੀਤਾ ਤੇ ਮਨ 'ਚ ਇਹ ਆਇਆ ਕਿ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ ਕਿ ਮੇਰੇ ਪਤੀ ਪਰਮੇਸ਼ਰ ਨੇ ਮੈਨੂੰ 21 ਸਾਲ ਬਾਅਦ ਆਪਣੇ ਚਰਨਾਂ ਦੇ ਵਿੱਚ ਬੁਲਾਇਆ ਹੈਗਾ। ਫਿਰ ਇਹ ਸੋਚ ਕੇ ਜਦ ਮਾਤਾ ਜੀ ਜਿਹੜੇ ਹਨ ਜਾਣ ਵਾਸਤੇ ਪਹਿਲਾਂ ਬੈਕਲ ਸੀ, ਜਦ ਤਿਆਰ ਹੋਏ ਆ ਉਸ ਤੋਂ ਬਾਅਦ ਮਾਤਾ ਜੀ ਨੇ ਕੁਛ ਮਠਿਆਈ ਜਿਹੜੀ ਸੀ ਆਪਣੇ ਨਾਲ ਲਈ ਤੇ ਮਠਿਆਈ ਲੈ ਕੇ ਕੁਛ ਬਸਤਰ ਲੈ ਕੇ ਜਦ ਪ੍ਰੇਮੋ ਟਹਿਲਣ ਤੇ ਬਾਬਾ ਸ਼੍ਰੀ ਚੰਦ ਜੀ ਤੇ ਲਖਮੀ ਦਾਸ ਸਮੇਤ ਜਦ ਇੱਥੇ ਜਿੱਧਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਹੋਏ ਸੀ ਜਦ ਉੱਥੇ ਪਹੁੰਚੇ ਆ ਤੇ ਇਹਨਾਂ ਦਾ ਆਉਣਾ ਸੁਣ ਕੇ ਬਾੜੀ ਜਿੰਨੀ ਵੀ ਸੰਗਤ ਜਿਹੜੀ ਆਲੇ ਦੁਆਲੇ ਬੈਠੀ ਸੀ ਸਾਰੀ ਅਦਬ ਦੇ ਵਿੱਚ ਖੜੀ ਹੋ ਗਈ। ਭਾਈ ਬਾਲਾ ਮਰਦਾਨਾ ਜੀ ਨੇ ਜਦੋਂ ਦੇਖਿਆ ਕਿ ਮਾਤਾ ਸੁਲੱਖਣੀ ਜੀ ਜਿਹੜੇ ਆ ਉਹ ਪਿਆਰ ਦੇ ਨਾਲ ਆ ਰਹੇ ਆ ਤਾਂ ਸਭ ਤੋਂ ਪਹਿਲਾਂ ਭਾਈ ਬਾਲਾ ਮਰਦਾਨਾ ਜੀ ਨੇ ਜਾ ਕੇ ਮਾਤਾ ਜੀ ਨੂੰ ਮੱਥਾ ਟੇਕਿਆ। ਜਦ ਮੱਥਾ ਟੇਕਿਆ ਤਾਂ ਮਾਤਾ ਸੁਲੱਖਣੀ ਜੀ ਨੇ ਦੋਨਾਂ ਨੂੰ ਬਹੁਤ ਅਸੀਸਾਂ ਦਿੱਤੀਆਂ। ਉਸ ਤੋਂ ਬਾਅਦ ਜਦੋਂ ਮਾਤਾ ਸੁਲੱਖਣੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਪਹੁੰਚੇ ਆ ਸਾਰੀ ਸੰਗਤ ਜਿਹੜੀ ਉੱਠ ਕੇ ਅਦਬ ਦੇ ਵਿੱਚ ਹੱਥ ਜੋੜ ਕੇ ਖੜੀ ਸੀ, ਸਾਰੀ ਜਿਹੜੀ ਸੀ ਉਹ ਅਸਥਾਨ ਛੱਡ ਕੇ ਇੱਕ ਪਾਸੇ ਹੋ ਕੇ ਦੂਰ ਦਰਾਡੇ ਬੈਠ ਗਏ ਤੇ ਭਾਈ ਬਾਲਾ ਤੇ ਮਰਦਾਨਾ ਜੀ ਵੀ ਉਹ ਅਸਥਾਨ ਨੂੰ ਛੱਡ ਕੇ ਦੂਰ ਬੈਠ ਗਏ ਕਿਉਂਕਿ 21 ਸਾਲ ਬਾਅਦ ਦੀ ਮਿਲਣੀ ਜਿਹੜੀ ਆ ਮਾਤਾ ਜੀ ਦੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਬਹੁਤ ਹੀ ਜ਼ਿਆਦਾ ਵੇਦਨ ਭਰੀ ਸੀਗੀ ਤੇ ਸਾਰਿਆਂ ਦੇ ਅੱਖਾਂ ਦੇ ਵਿੱਚ ਜਿਹੜੇ ਸੀਗੇ ਉਹ ਹੰਝੂ ਸੀਗੇ। ਸੋ ਇਸ ਬਿਰਹਾ ਦੀ ਜਿਹੜੀ ਮਿਲਣੀ ਸੀ ਇਸ ਨੂੰ ਦੇਖਣ ਵਾਸਤੇ 33 ਕਰੋੜ ਦੇਵੀ ਦੇਵਤੇ ਜਿਹੜੇ ਸੀ ਉਹ ਵੀ ਅਰਸ਼ਾਂ ਤੋਂ ਫਰਸ਼ 'ਤੇ ਆ ਗਏ ਸੀਗੇ। ਜਦ ਇਸ ਤਰ੍ਹਾਂ ਮਾਤਾ ਸੁਲੱਖਣੀ ਜੀ ਨੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਆ ਕੇ ਮੱਥਾ ਟੇਕਿਆ ਤੇ ਗੁਰੂ ਸਾਹਿਬ ਮਹਾਰਾਜ ਅੱਖਾਂ ਮੀਚ ਕੇ ਬੈਠੇ ਸੀ ਔਰ ਮਾਤਾ ਜੀ ਨੇ ਜਿਹੜੇ ਹੰਝੂ ਸੁੱਕ ਗਏ ਸੀਗੇ ਔਰ ਜਿਹੜੇ ਇੰਤਜ਼ਾਰ ਦੇ ਵਿੱਚ ਬਾਕੀ ਰੱਖੇ ਸੀਗੇ ਉਹ ਹੰਝੂਆਂ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਧੋਤੇ। ਜਦ ਧੋਤੇ ਬਹੁਤ ਹੀ ਬਰਲਾਪ ਕੀਤਾ ਤੇ ਇਉਂ ਲੱਭੋ ਵੀ ਜਿਵੇਂ ਇਹਨਾਂ ਹੰਝੂਆਂ ਦੇ ਨਾਲ ਕਿਵੇਂ ਜਿਹੜੇ ਅੰਮ੍ਰਿਤ ਜਲ ਹੈਗਾ ਉਹ ਅੰਮ੍ਰਿਤ ਜਲ ਜਿਹੜਾ ਹੈ ਨਾ ਹਰ ਇੱਕ ਦੀ ਰਸਨਾ ਦੇ ਵਿੱਚ ਜਾ ਰਿਹਾ ਤੇ ਇਹ ਜਿਹੜੇ ਹੰਝੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਨਾਲ ਧਰਤੀ 'ਤੇ ਡਿੱਗ ਰਹੇ ਸੀ ਤੇ ਔਰ ਧਰਤੀ ਮਾਂ ਵੀ ਜਿਹੜੇ ਇਹਨਾਂ ਹੰਝੂਆਂ ਨੂੰ ਪੀ ਪੀ ਕੇ ਖੀਵੀ ਹੋ ਰਹੀ ਸੀਗੀ। ਇਸ ਤਰ੍ਹਾਂ ਜਦ ਇਹ ਜਿਹੜੀ ਵੇਦਨ ਪੜੀ ਮਿਲਣੀ ਸੀਗੀ ਇਹ ਕਾਫੀ ਦੇਰ ਚੱਲਦੀ ਰਹੀ। ਉਸ ਤੋਂ ਬਾਅਦ ਜਦ ਮਾਤਾ ਜੀ ਦਾ ਸਾਰਾ ਜਿਹੜਾ ਖੁਸ਼ੀ ਸੀਗੀ ਜਾਂ ਜੋ ਅੰਦਰ ਬਿਰਹਾ ਸੀਗਾ ਇਹ ਬਿਰਹਾ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮਿਲਣੀ ਦੇ ਵਿੱਚ ਪੂਰੀ ਤਰ੍ਹਾਂ ਵਿਕਾਸ ਦੇ ਵਿੱਚ ਜਿਹੜਾ ਉਹ ਅੰਦਰੋਂ ਵਹਿ ਤੁਰਿਆ। ਉਸ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਿਰ ਜਿਹੜੇ ਸੀਗੇ ਉਹ ਆਪਣੇ ਨੇਤਰ ਖੋਲ੍ਹੇ ਤੇ ਨੇਤਰ ਖੋਲ੍ਹ ਕੇ ਇਹੋ ਸ਼ਬਦ ਬੋਲੇ, ਆਓ ਪਰਮੇਸ਼ਰ ਦੀ ਇਹ ਪਿਆਰੀਏ ਸਦਾ ਸੁਹਾਗਣ ਬਾਬਾ ਸ਼੍ਰੀ ਚੰਦ ਜੀ ਤੇ ਲਖਮੀ ਦਾਸ ਦੀ ਮਾਤਾ ਜੀ। ਆਪ ਜੀ ਦਾ ਆਉਣਾ ਸੁਣ ਕੇ ਮਨ ਨੂੰ ਬਹੁਤ ਠੰਡਕ ਪਈ ਆ। ਜਦ ਇਸ ਤਰ੍ਹਾਂ ਦੇ ਬਚਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਚਾਰੇ ਆ ਤੇ ਉਸ ਤੋਂ ਬਾਅਦ ਮਾਤਾ ਸੁਲੱਖਣੀ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਬੈਠ ਕੇ ਜਿਹੜੀਆਂ ਬਹੁਤ ਹੀ ਪ੍ਰੇਮ ਭਰੀਆਂ ਫਿਰ ਗੱਲਾਂ ਕੀਤੀਆਂ। ਇਹਨਾਂ ਪ੍ਰੇਮ ਭਰੀਆਂ ਗੱਲਾਂ ਵਿੱਚ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਸਹੁਰੇ ਸੱਸ ਬਾਰੇ ਪੁੱਛਿਆ ਕਿ ਉਹਨਾਂ ਦਾ ਕੀ ਹਾਲ ਆ। ਉਸ ਤੋਂ ਬਾਅਦ ਫਿਰ ਬਾਬਾ ਸ਼੍ਰੀ ਚੰਦ ਜੀ ਬਾਬਾ ਲਖਮੀ ਦਾਸ ਜੀ ਕੋਲ ਬੈਠੇ, ਉਹਨਾਂ ਨੇ ਵੀ ਆਪਣੀਆਂ ਜਿਹੜੀਆਂ ਸੀਗੀਆਂ ਜੋ ਗੱਲਾਂ ਉਹਨਾਂ ਸਮੇਂ ਦੇ ਵਿੱਚ ਹੋਈਆਂ ਸੀ ਸਾਰੇ ਆਪਣੇ ਪਿਤਾ ਗੁਰੂ ਜੀ ਦੇ ਨਾਲ ਸਾਂਝੀਆਂ ਕੀਤੀਆਂ। ਇਸ ਤਰ੍ਹਾਂ ਤਕਰੀਬਨ 1-2 ਘੰਟੇ ਜਦ ਇਹ ਪਰਿਵਾਰ ਸਾਰੀਆਂ ਆਪਣੀਆਂ ਮਨ ਦੀਆਂ ਜੋ ਭਾਵਨਾਵਾਂ ਸੀਗੀਆਂ ਜੋ ਅੰਦਰ ਗੁੱਝੇ ਰਹੱਸ ਜੀ ਗੁਰੂ ਸਾਹਿਬ ਦੇ ਨਾਲ ਸਾਂਝੇ ਕਰਦੇ ਰਹੇ। ਉਹ ਸੰਗਤ ਦੂਰ ਦਰਾਡੇ ਬੈਠੀ ਜਿਹੜੀ ਸੀ ਉਹ ਇਹਨਾਂ ਦੇ ਇਸ ਮਿਲਣੀ ਨੂੰ ਤੱਕਦੀ ਰਹੀ ਤੇ ਅੱਖਾਂ ਦੇ ਵਿੱਚ ਹੰਝੂ ਵਗਾਉਂਦੀ ਰਹੀ। ਇਸ ਤੋਂ ਬਾਅਦ ਫਿਰ ਗੁਰੂ ਸਾਹਿਬ ਜੀ ਨੇ ਆਖਿਆ ਕਿ ਹੁਣ ਮੇਰਾ ਇਹ ਜਿਹੜੀ ਆ ਉਹ ਕੋਸ਼ਿਸ਼ ਰਹੂਗੀ ਕਿ ਮੈਂ ਆਪ ਜੀ ਤੋਂ ਕਦੀ ਦੂਰ ਨਹੀਂ ਜਾਊਂਗਾ ਔਰ ਆਪ ਜੀ ਨੂੰ ਆਪਣੇ ਪਰਿਵਾਰ ਨੂੰ ਨਾਲ ਹੀ ਰੱਖੂੰਗਾ। ਜਦ ਇਹ ਵਚਨ ਗੁਰੂ ਸਾਹਿਬ ਨੇ ਦਿੱਤਾ ਬਸ ਫੇਰ ਕੀ ਸੀ ਮਾਤਾ ਸੁਲੱਖਣੀ ਜੀ ਜਿਹੜੇ ਸੀ
ਉਹ ਅਤ ਪ੍ਰਸੰਨ ਹੋਏ। ਉਹਨਾਂ ਨੇ ਉਸੇ ਟਾਈਮ ਹੀ ਆਖਿਆ ਕਿ ਤੁਸੀਂ ਮੈਨੂੰ ਜੋ ਵੀ ਸੇਵਾ ਦਵੋਗੇ ਮੈਂ ਉਹ ਸੇਵਾ ਜਿਹੜੀ ਸਿਰ ਮੱਥੇ ਪ੍ਰਵਾਨ ਕਰੂੰਗੀ। ਅਤੇ ਗੁਰੂ ਸਾਹਿਬ ਨੇ ਆਖਿਆ ਕਿ ਦੇਖੋ ਹਜ਼ਾਰਾਂ ਸੰਗਤਾਂ ਜਿਹੜੀਆਂ ਬੈਠੀਆਂ ਹੋਈਆਂ, ਤੁਸੀਂ ਅੱਜ ਤੋਂ ਬਾਅਦ ਸੰਗਤਾਂ ਦੇ ਵਾਸਤੇ ਲੰਗਰ ਪਾਣੀ ਦਾ ਪ੍ਰਬੰਧ ਕਰੋ। ਅਤੇ ਬਾਬਾ ਸ਼੍ਰੀ ਚੰਦ ਜੀ ਨੇ ਲਖਮੀ ਦਾਸ ਜੀ ਨੂੰ ਆਖਿਆ ਕਿ ਤੁਸੀਂ ਸੰਗਤਾਂ ਦੇ ਰਹਿਣ ਦਾ, ਜਿਹੜੀਆਂ ਦੂਰੋਂ ਦਰਾਡੇ ਆਉਂਦੀਆਂ ਹੈ ਉਹਨਾਂ ਦੇ ਰਹਿਣ ਦਾ ਪ੍ਰਬੰਧ ਕਰੋ। ਇਹ ਤਦ ਸਾਰੇ ਕੰਮ ਸਮਝਾ ਕੇ ਗੁਰੂ ਸਾਹਿਬ ਜੀ ਜਿਹੜੇ ਸੀਗੇ ਉਹ ਆਪ ਫਿਰ ਸੰਗਤਾਂ ਨੂੰ ਇਸ਼ਾਰਾ ਕਰਕੇ ਆਪਣੇ ਪਾਸ ਬੁਲਾ ਲਿਆ। ਅਤੇ ਮਾਤਾ ਸੁਲੱਖਣੀ ਜੀ ਜਿਹੜੇ ਸੀਗੇ ਫਿਰ ਉਸ ਤੋਂ ਬਾਅਦ ਸੇਵਾ ਦੇ ਵਿੱਚ ਪੂਰੀ ਤਰ੍ਹਾਂ ਜੁਟ ਗਏ। ਜਦ ਸੇਵਾ 'ਚ ਜੁਟ ਗਏ ਅਤੇ ਉੱਥੇ ਹੀ ਫਿਰ ਮਾਤਾ ਸੁਲੱਖਣੀ ਜੀ, ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਪਰਿਵਾਰ ਸਮੇਤ ਆਪਣੇ ਹੀ ਪਿੰਡ ਭੁੱਖੋ ਕੀ ਜਦ ਰਹਿਣ ਲੱਗੇ। ਜਦ ਇਸ ਤਰ੍ਹਾਂ ਰਹਿੰਦਿਆਂ ਜਿਹੜਾ ਕਾਫੀ ਸਮਾਂ ਬੀਤਣ ਲੱਗਾ, ਇੱਧਰੋਂ ਗੁਰੂ ਸਾਹਿਬ ਜੀ ਦੇ ਜਿਹੜੇ ਸਹੁਰਾ ਸੀ ਔਰ ਸੱਸ ਸੀਗੀ, ਇਹਨਾਂ ਦੇ ਮਨ 'ਚ ਆਇਆ ਕਿ ਅਸਾਂ ਸੁਣਿਆ ਕਿ ਲੱਖਾਂ ਸੰਗਤਾਂ ਗੁਰੂ ਸਾਹਿਬ ਦੇ ਦਰ 'ਤੇ ਆਉਂਦੀਆਂ ਅਤੇ ਦਿਨ ਰਾਤ ਉੱਥੇ ਜਿਹੜੇ ਆ ਉਹ ਲੰਗਰ ਚੱਲ ਰਹੇ ਆ। ਅਤੇ ਫਿਰ ਇੱਕ ਦਿਨ ਮੂਲ ਚੰਦ ਜੀ ਜਿਹੜੇ ਸੀਗੇ ਉਹਨਾਂ ਨੇ ਆਪਣੀ ਘਰ ਵਾਲੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੱਸ ਚੰਦੋ ਰਾਣੀ ਨੂੰ ਇਹ ਆਖਿਆ ਕਿ ਕਮਲੀਏ, ਅਸੀਂ ਤਾਂ ਸਦਾ ਹੀ ਭੁੱਲੇ ਰਹੇ, ਗੁਰੂ ਸਾਹਿਬ ਨੂੰ ਸਦਾ ਅਲਾਂਭੇ ਦਿੰਦੇ ਰਹੇ, ਉਸ ਨੂੰ ਨਖੱਟੂ ਜਵਾਈ ਸਮਝਦੇ ਰਹੇ, ਪਰ ਉਹ ਤਾਂ ਗੁਪਤ ਖਜ਼ਾਨਿਆਂ ਦਾ ਮਾਲਕ ਨਿਕਲਿਆ। ਸਾਰੀ ਦੁਨੀਆ ਨੂੰ ਤਾਰ ਕੇ ਕਿਵੇਂ ਗੁਰੂ ਸਾਹਿਬ ਜਿਹੜੇ ਆ ਉਹ ਸਾਡੇ ਪਾਸ ਆਏ ਆ ਅਤੇ ਉਹਨਾਂ ਦਾ ਸੰਬੰਧ ਸਾਡੇ ਨਾਲ ਜੁੜਿਆ, ਪਰ ਸਾਨੂੰ ਗੁਰੂ ਸਾਹਿਬ ਨੇ ਪਛਾਣਨ ਦੀਆਂ ਅੱਖਾਂ ਨਹੀਂ ਦਿੱਤੀਆਂ, ਬੁੱਧੀ ਨਹੀਂ ਦਿੱਤੀ। ਜੇ ਸਾਨੂੰ ਪਛਾਣਨ ਦੀਆਂ ਅੱਖਾਂ ਦਿੱਤੇ, ਸਾਨੂੰ ਬੁੱਧੀ ਦਿੰਦੇ, ਅਤੇ ਅੱਜ ਅਸੀਂ ਗੁਰੂ ਸਾਹਿਬ ਦੀਆਂ ਜੋ ਨਰਾਦਰੀਆਂ ਕੀਤੀਆਂ ਉਹ ਕਦੀ ਨਾ ਕਰਦੇ। ਇਸ ਤਰ੍ਹਾਂ ਪਛਤਾਵੇ ਦੀਆਂ ਗੱਲਾਂ ਜਦ ਸੱਸ ਸਹੁਰਾ ਆਪਸ ਵਿੱਚ ਕਰਨ ਲੱਗੇ ਅਤੇ ਮਨ ਦੇ ਵਿੱਚ ਇਹ ਆਇਆ ਕਿ ਸਾਨੂੰ ਵੀ ਗੁਰੂ ਸਾਹਿਬ ਦੇ ਪਾਸ ਜਾਣਾ ਚਾਹੀਦਾ ਹੈਗਾ, ਪਰ ਅਸੀਂ ਹੁਣ ਸ਼ਰਮ ਦੇ ਮਾਰੇ ਕਿਵੇਂ ਜਾਈਏ, ਕਿਵੇਂ ਆਖੇ ਕਿ ਅਸੀਂ ਸਾਰੀ ਉਮਰ ਤੁਹਾਨੂੰ ਬੋਲ ਕਬੋਲ ਬੋਲਦੇ ਰਹੇ ਹਾਂ। ਜਦ ਇਹੋ ਜਿਹੀਆਂ ਗੱਲਾਂ ਦੋਨਾਂ ਨੇ ਕੀਤੀਆਂ ਤਾਂ ਉਹਨਾਂ ਦੀ ਜਿਹੜੀ ਇਹ ਬੇਦਨ ਸੀਗੀ, ਕਿਉਂਕਿ ਮਾਤਾ ਸੁਲੱਖਣੀ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਹੀ ਰੂਪ ਹੋ ਗਏ ਸੀਗੇ, ਅਤੇ ਉਹਨਾਂ ਨੇ ਜਾਣਨੇ ਆਪਣੇ ਮਾਤਾ ਪਿਤਾ ਦੀ ਜਿਹੜੀ ਅੰਦਰੂਨੀ ਗੱਲਬਾਤ ਸੀ। ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਆਗਿਆ ਲੈ ਕੇ ਫਿਰ ਮਾਤਾ ਸੁਲੱਖਣੀ ਜੀ ਜਿਹੜੇ ਸੀਗੇ ਉਹ ਆਪਣੇ ਘਰ ਆਏ। ਜਦ ਘਰ ਆਏ ਉਹਨਾਂ ਨੇ ਆ ਕੇ ਫਿਰ ਆਪਣੇ ਮਾਤਾ ਪਿਤਾ ਨੂੰ ਦੱਸਿਆ ਕਿ ਮੇਰੇ ਪਤੀ ਜੀ ਆਪ ਜੀ ਨੂੰ ਯਾਦ ਕਰ ਰਹੇ ਆ, ਅਤੇ ਉਹ ਕਹਿ ਰਹੇ ਆ ਕਿ ਉਹਨਾਂ ਨੂੰ ਜਿੰਨੀ ਜਲਦੀ ਹੋ ਸਕੇ ਉਹਨਾਂ ਨੂੰ ਸਾਡੇ ਪਾਸ ਬੁਲਾ ਕੇ ਆਓ, ਕਿਉਂਕਿ ਅਸੀਂ ਆਪ ਆ ਨਹੀਂ ਸਕਦੇ, ਕਿਉਂਕਿ ਸੰਗਤਾਂ ਦਾ ਆਉਣਾ ਜਾਣਾ ਇੰਨਾ ਹੈ ਕਿ ਅਸੀਂ ਇੱਕ ਵੀ ਮਿੰਟ ਸੰਗਤਾਂ ਨੂੰ ਛੱਡ ਕੇ ਇੱਧਰ ਨਹੀਂ ਜਾ ਸਕਦੇ। ਜਦ ਇਹ ਗੱਲ ਜਿਹੜੀ ਬੇਬਸੀ ਸੀ ਗੁਰੂ ਸਾਹਿਬ ਜੀ ਨੇ ਬੜੀ ਪ੍ਰੇਮ ਭਰੀ ਮਾਤਾ ਸੁਲੱਖਣੀ ਜੀ ਨੂੰ ਜਿਹੜੀ ਦੱਸੀ ਸੀ, ਅਤੇ ਮਾਤਾ ਸੁਲੱਖਣੀ ਜੀ ਨੇ ਜਦ ਗੁਰੂ ਸਾਹਿਬ ਦਾ ਇਹ ਜਿਹੜਾ ਸੁਨੇਹਾ ਸੀ ਆਪਣੇ ਮਾਤਾ ਪਿਤਾ ਨੂੰ ਦਿੱਤਾ, ਬਸ ਫੇਰ ਕੀ ਸੀ, ਮੂਲ ਚੰਦ ਜੀ ਔਰ ਇਹਨਾਂ ਦੇ ਘਰੋਂ ਚੰਦੋ ਰਾਣੀ ਜੀ ਬੜੇ ਪ੍ਰਸੰਨ ਹੋਏ, ਅਤੇ ਇਹਨਾਂ ਨੇ ਫਿਰ ਜਾਣ ਵਾਸਤੇ ਉਸੇ ਟਾਈਮ ਜਿਹੜੀ ਤਿਆਰੀ ਕੀਤੀ, ਤਿਆਰੀ ਕਰਕੇ ਅਤੇ ਕੁਛ ਮਠਿਆਈ ਜਿਹੜੀ ਲਈ, ਕੁਛ ਵਸਤਰ ਲਏ, ਇਹ ਆਦਿ ਜਿਹੜੀਆਂ ਭੇਟਾਂ ਲੈ ਕੇ ਗੁਰੂ ਸਾਹਿਬ ਜੀ ਦੇ ਜਿਹੜੇ ਸੀ ਜਿਸ ਜਗ੍ਹਾ ਬੈਠੇ ਸੀ ਉੱਧਰ ਨੂੰ ਚਲੇ ਗਏ। ਜਦ ਇਹਨਾਂ ਦਾ ਆਉਣਾ ਜਿਹੜਾ ਸੀਗਾ ਉਹ ਸੰਗਤ ਨੇ ਸੁਣਿਆ ਅਤੇ ਸਾਰੀ ਸੰਗਤ ਜਿਹੜੀ ਸੀ ਉਹ ਖੁਸ਼ੀ ਦੇ ਵਿੱਚ ਝੂਮ ਉੱਠੀ। ਉਸ ਤੋਂ ਬਾਅਦ ਜਦੋਂ ਮੂਲ ਚੰਦ ਜੀ ਜਿਹੜੇ ਆਪਣੇ ਪਰਿਵਾਰ ਸਮੇਤ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕਰੀਬ ਆਏ, ਸਾਰੀ ਸੰਗਤ ਪਹਿਲੇ ਦੀ ਤਰ੍ਹਾਂ ਹੱਥ ਜੋੜ ਕੇ ਖੜ੍ਹ ਗਈ। ਜਦ ਹੱਥ ਜੋੜ ਕੇ ਖੜ੍ਹ ਗਏ ਤਾਂ ਸਭ ਤੋਂ ਪਹਿਲਾਂ ਭਾਈ ਬਾਲਾ ਅਤੇ ਮਰਦਾਨਾ ਜੀ ਨੇ ਮੂਲ ਚੰਦ ਅਤੇ ਚੰਦੋ ਰਾਣੀ ਜੀ ਨੂੰ ਜਾ ਕੇ ਮੱਥਾ ਟੇਕਿਆ। ਜਦ ਮੱਥਾ ਟੇਕਿਆ ਉਸ ਤੋਂ ਬਾਅਦ ਫਿਰ ਚੰਦੋ ਰਾਣੀ ਜੀ ਨੇ ਜਿਹੜੀ ਸੀ ਉਹ ਹੰਝੂਆਂ ਭਰੀਆਂ ਬਹੁਤ ਸਾਰੀਆਂ ਸੀਸਾਂ ਦਿੱਤੀਆਂ। ਉਸ ਤੋਂ ਬਾਅਦ ਗੁਰੂ ਸਾਹਿਬ ਵੀ ਆਪਣੇ ਸੱਸ ਸਹੁਰੇ ਨੂੰ ਆਉਂਦਾ ਦੇਖ ਕੇ ਅਦਬ ਦੇ ਵਿੱਚ ਖੜ੍ਹੇ ਹੋ ਗਏ। ਜਦ ਅਦਬ 'ਚ ਖੜ੍ਹੇ ਹੋ ਗਏ ਤਾਂ ਆਪ ਚੱਲ ਕੇ ਅੱਗੇ ਹੋ ਕੇ ਆਪਣੇ ਜਿਹੜੇ ਸਹੁਰਾ ਮੂਲ ਚੰਦ ਖੱਤਰੀ ਅਤੇ ਚੰਦੋ ਰਾਣੀ ਸੱਸ ਜੀ ਨੂੰ ਜਾ ਮਿਲੇ। ਜਦ ਜਾ ਮਿਲੇ ਅਤੇ ਜੋ ਗੁਰੂ ਸਾਹਿਬ ਜਾ ਕੇ ਇਹਨਾਂ ਦੇ ਜਾ ਕੇ ਨਜ਼ਦੀਕ ਜਦ ਨਮਸਕਾਰ ਕਰਨ ਲੱਗੇ ਤਾਂ ਚੰਦੋ ਰਾਣੀ ਜੀ ਅਤੇ ਮੂਲ ਚੰਦ ਜੀ ਜਿਹੜੇ ਸੀਗੇ ਉਹਨਾਂ ਨੇ ਰੋ ਕੇ ਗੁਰੂ ਸਾਹਿਬ ਨੂੰ ਆਖਿਆ ਕਿ ਨਮਸਕਾਰ ਤਾਂ ਸਾਨੂੰ ਕਰਨੀ ਚਾਹੀਦੀ ਸੀ, ਤੁਸੀਂ ਤਾਂ ਆਪ ਸਾਖਸ਼ਾਤ ਨਿਰੰਕਾਰ ਦਾ ਰੂਪ ਹੋ ਅਤੇ ਤੁਸੀਂ ਸਾਨੂੰ ਜਿਹੜਾ ਨਮਸਕਾਰ ਕਰ ਰਹੇ ਆ। ਅਤੇ ਗੁਰੂ ਸਾਹਿਬ ਜੀ ਨੇ ਆਖਿਆ ਕਿ ਨਹੀਂ, ਤੁਸੀਂ ਸਾਡੇ ਮਾਤਾ ਪਿਤਾ ਜੀ ਦੀ ਤਰ੍ਹਾਂ ਹੋ, ਅਤੇ ਮੈਨੂੰ ਇਹ ਗੱਲ ਦਾ ਜਿਹੜਾ ਹੈਗਾ ਉਹ ਅਫਸੋਸ ਆ ਕਿ ਮੈਂ ਆਪ ਜੀ ਦੀ ਸੇਵਾ ਨਹੀਂ ਕਰ ਸਕਿਆ, ਕਿਉਂਕਿ ਮੈਂ ਨਿਰੰਕਾਰ ਦੇ ਹੁਕਮ ਦੇ ਵਿੱਚ ਜਿਹੜਾ ਸੀਗਾ ਉਹ ਬੱਝਾ ਹੋਇਆ ਸੀਗਾ। ਮੈਂ ਚਾਹੁੰਦਾ ਸੀਗਾ ਕਿ ਕੁਛ ਟਾਈਮ ਮੈਂ ਆਪਣੇ ਸੱਸ ਸਹੁਰੇ ਦੀ ਸੇਵਾ ਕਰਾਂ, ਪਰ ਮੈਨੂੰ ਮੌਕਾ ਨਹੀਂ ਮਿਲਿਆ। ਪਰ ਫਿਰ ਵੀ ਹੁਣ ਨਿਰੰਕਾਰ ਜੀ ਨੇ ਮੈਨੂੰ ਮੌਕਾ ਦਿੱਤਾ ਹੈਗਾ। ਇਸ ਮੌਕੇ ਵਿੱਚ ਤੁਸੀਂ ਆਪਣਾ ਜਿਹੜਾ ਹੁਣ ਜੀਵਨ ਹੈਗਾ ਤੁਸੀਂ ਮੇਰੇ ਪਾਸ ਹੀ ਗੁਜ਼ਾਰੋਗੇ, ਅਤੇ ਮੈਂ ਆਪ ਜੀ ਦੇ ਨਾਲ ਵਚਨ ਕਰਦਾ ਕਿ ਆਪ ਜੀ ਦੇ ਰਹਿੰਦੇ ਸਵਾਸਾਂ ਤੱਕ ਮੈਂ ਆਪ ਦੀ ਸੇਵਾ ਕਰਾਂਗਾ। ਜਦ ਇਹ ਜਿਹੜਾ ਵਚਨ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜਾ ਸੀਗਾ ਉਹ ਆਪਣੇ ਸੱਸ ਸਹੁਰੇ ਨੂੰ ਦਿੱਤਾ, ਬਸ ਫੇਰ ਕੀ ਸੀ, ਸੱਸ ਸਹੁਰਾ ਜਿਹੜੇ ਸੀਗੇ ਉਹ ਗੁਰੂ ਸਾਹਿਬ ਜੀ ਦੇ ਗਲ ਲਾ ਕੇ ਬਹੁਤ ਚਿਰ ਜਿਹੜੇ ਸੀਗੇ ਉਹ ਆਪਣੇ ਹੰਝੂ ਵਗਾਉਂਦੇ ਰਹੇ, ਅਤੇ ਗੁਰੂ ਸਾਹਿਬ ਉਹਨਾਂ ਨੂੰ ਧੀਰਜ ਦਿੰਦੇ ਰਹੇ। ਉਸ ਤੋਂ ਬਾਅਦ
ਫਿਰ ਗੁਰੂ ਸਾਹਿਬ ਜਿਹੜੇ ਸੀਗੇ ਆਪਣੇ ਸਹੁਰੇ ਘਰ ਨਹੀਂ ਗਏ, ਇੱਥੇ ਹੀ ਜਿਹੜੀ ਬਾਹਰ ਜਾ ਕੇ ਇੱਕ ਧਰਮਸ਼ਾਲਾ ਜਿਹੜੀ ਸੀਗੀ ਉਹ ਸੰਗਤਾਂ ਨੇ ਉਸਾਰ ਦਿੱਤੀ। ਇਸ ਧਰਮਸ਼ਾਲਾ ਦੇ ਵਿੱਚ ਮਾਤਾ ਸੁਲੱਖਣੀ ਜੀ ਜਿਹੜੇ ਸੀ ਉਹ ਲੰਗਰ ਦਾ ਪ੍ਰਬੰਧ ਚਲਾਉਣ ਲੱਗੇ, ਅਤੇ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਜਿਹੜੇ ਹੋਰ ਬਾਹਰਲੇ ਜਿਹੜੇ ਸਾਰੇ ਪ੍ਰਬੰਧ ਸੀ, ਰਸਤਾਂ ਵਸਤਾਂ ਜਾਂ ਲੰਗਰਾਂ ਦੇ ਵਿੱਚ ਹੋਰ ਸੰਗਤਾਂ ਦੇ ਰਹਿਣ ਦੇ ਪ੍ਰਬੰਧ ਕਰਨ ਲੱਗੇ। ਔਰ ਮੂਲ ਚੰਦ ਖੱਤਰੀ ਜੀ ਔਰ ਇਹਨਾਂ ਦੀ ਸੱਸ ਮਾਤਾ ਚੰਦੋ ਰਾਣੀ ਜੀ ਜਿਹੜੇ ਸੀ ਆਪ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਬੈਠ ਕੇ ਇਹਨਾਂ ਦੇ ਜੋ ਸੰਗਤਾਂ ਦੇ ਨਾਲ ਬਚਨ ਵਿਲਾਸ ਹੁੰਦੇ ਸੁਣਦੇ ਰਹਿੰਦੇ, ਅਤੇ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਸਮਾਂ ਕੱਢ ਕੇ ਗੁਰੂ ਸਾਹਿਬ ਦੇ ਕੋਲ ਬੈਠਦੇ, ਗੁਰੂ ਸਾਹਿਬ ਦੇ ਪ੍ਰਵਚਨ ਸੁਣਦੇ ਔਰ ਮਨ ਹੀ ਮਨ ਬੜੇ ਪ੍ਰਸੰਨ ਹੁੰਦੇ। ਇਸ ਤਰ੍ਹਾਂ ਕਾਫੀ ਸਮਾਂ ਗੁਰੂ ਸਾਹਿਬ ਜੀ ਜਿਹੜੇ ਸੀਗੇ ਇਸ ਪੱਖੋਂ ਕੀ ਰਹੇ ਆ। ਉਸ ਤੋਂ ਬਾਅਦ ਫਿਰ ਉਹ ਅੰਤ ਸਮਾਂ ਆ ਗਿਆ ਜਦੋਂ ਮੂਲ ਚੰਦ ਜੀ ਜਿਹੜੇ ਸੀਗੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿਣਾ ਸ਼ੁਰੂ ਕਰਤਾ ਕਿ ਮੈਨੂੰ ਲੱਗਦਾ ਹੈਗਾ ਕਿ ਹੁਣ ਮੇਰਾ ਅੰਤ ਸਮਾਂ ਆ ਗਿਆ। ਇਹ ਅੰਤ ਸਮਾਂ ਜਿਵੇਂ ਤੁਸੀਂ ਆਪਣੇ ਮਾਤਾ ਪਿਤਾ ਜੀ ਦੇ ਦੌਰਾਨ ਜਿਹੜੇ ਸੀਗਾ ਉੱਥੇ ਸੁਲਤਾਨਪੁਰ ਦੇ ਵਿੱਚ ਜਾ ਕੇ ਉਹਨਾਂ ਦਾ ਜੋ ਧਰਮ ਦੀ ਕਿਰਿਆ ਸੀਗੀ ਉਹ ਕੀਤੀ, ਤੁਸੀਂ ਵੀ ਸਾਡੇ ਇਸ ਅੰਤ ਸਮੇਂ ਦੇ ਵਿੱਚ ਸਾਡਾ ਸਹਾਰਾ ਬਣਨਾ। ਅਤੇ ਗੁਰੂ ਸਾਹਿਬ ਜੀ ਨੇ ਆਖਿਆ ਕਿ ਤੁਹਾਡੇ ਅੰਤ ਸਮੇਂ ਤੱਕ ਮੈਂ ਆਪ ਜੀ ਦੇ ਪਾਸ ਹੀ ਰਹਾਂਗਾ। ਉਸ ਤੋਂ ਬਾਅਦ ਫਿਰ ਦੇਖੋ ਸਮਾਂ ਆ ਗਿਆ ਜਦੋਂ ਮੂਲ ਚੰਦ ਖੱਤਰੀ ਜੀ ਅਤੇ ਮਾਤਾ ਚੰਦੋ ਰਾਣੀ ਜੀ ਨੇ ਆਪਣਾ ਜਿਹੜਾ ਅੰਤਮ ਸਵਾਸ ਲਿਆ ਅਤੇ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਅਤੇ ਨਿਰੰਕਾਰ ਦੇ ਚਰਨਾਂ ਵਿੱਚ ਜਾ ਬਰਾਜੇ। ਅਤੇ ਗੁਰੂ ਸਾਹਿਬ ਜੀ ਨੇ ਫਿਰ ਆਪ ਆਪਣੇ ਹੱਥੀਂ ਆਪਣੇ ਸਹੁਰਾ ਮੂਲ ਚੰਦ ਖੱਤਰੀ ਜੀ ਅਤੇ ਆਪਣੀ ਸੱਸ ਮਾਤਾ ਚੰਦੋ ਰਾਣੀ ਜੀ ਦਾ ਜਿਹੜਾ ਅੰਤਮ ਸੰਸਕਾਰ ਕੀਤਾ। ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਜੀ ਨੇ ਇਹਨਾਂ ਦੇ ਨਿਮਿਤ ਜਿਹੜਾ ਸੀਗਾ ਉਹ ਵੱਡਾ ਭੰਡਾਰਾ ਕੀਤਾ। ਇਸ ਭੰਡਾਰੇ ਦੇ ਵਿੱਚ ਹਿੰਦੁਸਤਾਨ ਦੇ ਵਿੱਚੋਂ ਤਕਰੀਬਨ ਲਗਭਗ ਹਜ਼ਾਰਾਂ ਲੱਖਾਂ ਸੰਗਤਾਂ ਨੇ ਸ਼ਮੂਲੀਅਤ ਕੀਤੀ, ਅਤੇ ਇਸ ਦੇ ਵਿੱਚ ਜਿਹੜੇ ਸੀਗੇ ਫਿਰ ਹੋਰ ਬਹੁਤ ਸਾਰੇ ਜਿਹੜੇ ਵੱਡੇ ਵੱਡੇ ਰਿਸ਼ੀ ਮੁਨੀ ਸਾਧੂ ਸੰਤ ਜਿਹੜੇ ਉਹ ਪਹੁੰਚੇ, ਅਤੇ ਗੁਰੂ ਸਾਹਿਬ ਜੀ ਨੇ ਫਿਰ ਆਪ ਇਸ ਭੰਡਾਰੇ ਨੂੰ ਜਿਹੜਾ ਸੀਗਾ ਉਹ ਸਤਨਾਮ ਦਾ ਨਾਮ ਦੇ ਕੇ ਸਾਰੀਆਂ ਸੰਗਤਾਂ ਨੂੰ ਉਪਦੇਸ਼ ਦਿੱਤਾ। ਅਤੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਪੱਖੋਂ ਕੀ ਰਹਿ ਕੇ ਆਪਣੇ ਸਹੁਰੇ ਪਰਿਵਾਰ ਦਾ ਜਿਹੜਾ ਸੀ ਉਹ ਅੰਤ ਸਮੇਂ ਜੋ ਗ੍ਰਸਥ ਧਰਮ ਸੀਗਾ ਉਸ ਨੂੰ ਨਿਭਾਇਆ। ਇਸ ਤਰ੍ਹਾਂ ਫਿਰ ਗੁਰੂ ਸਾਹਿਬ ਜੀ ਦਾ ਜਿਹੜੀ ਫਿਰ ਅਗਲੀ ਜਿਹੜੀ ਯਾਤਰਾ ਸੀਗੀ ਉਹ ਫਿਰ ਗੁਰੂ ਸਾਹਿਬ ਜੀ ਨੇ ਜਿਹੜਾ ਸੀਗਾ ਮਨ ਵਿੱਚ ਇਹ ਆਖਿਆ ਕੋਈ ਐਸੀ ਜਗ੍ਹਾ ਦੇਖੀ ਜਿਸ ਜਗ੍ਹਾ ਰਹਿ ਕੇ ਫਿਰ ਅਸੀਂ ਆਪਣਾ ਜਿਹੜਾ ਹੈ ਨਾ ਕੋਈ ਐਸਾ ਨਗਰ ਵਸਾਈਏ, ਅਤੇ ਜਿਸ ਨਗਰ ਦੇ ਵਿੱਚ ਬੈਠ ਕੇ ਪਰਿਵਾਰ ਸਮੇਤ ਅਸੀਂ ਸਾਰੇ ਜਗਤ ਦਾ ਜਿੰਨੀ ਵੀ ਲਕਾਈ ਆ ਉਹ ਸਾਰੀ ਲਕਾਈ ਦਾ ਜਿਹੜਾ ਭਲਾ ਕਰੀਏ ਅਤੇ ਸਾਰੀ ਸੰਗਤ ਨੂੰ ਸਤਨਾਮ ਦੇ ਨਾਲ ਜੋੜੀਏ। ਅਤੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਨਜ਼ਰ ਜਿਹੜੀ ਸੀ ਫਿਰ ਉਸ ਧਰਤੀ 'ਤੇ ਚੱਲ ਗਈ ਜਿਸ ਧਰਤੀ ਨੂੰ ਜਿਹੜਾ ਹੈ ਉਹ ਕਰਤਾਰਪੁਰ ਆਖਦੇ ਆ। ਉਸ ਤੋਂ ਬਾਅਦ ਗੁਰੂ ਸਾਹਿਬ ਜੀ ਜਿਹੜੇ ਸੀ ਆਪਣੇ ਪਰਿਵਾਰ ਸਮੇਤ ਜਿਹੜੇ ਸੀਗੇ ਇਸ ਕਰਤਾਰਪੁਰ ਦੀ ਧਰਤੀ ਵੱਲ ਨੂੰ ਰਵਾਨਾ ਹੋਏ। ਸੋ ਦਾਸ ਇੰਨੇ ਹੀ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।